अस्सलाम वालेकुम जी। ओस्लो से नज़र चौहान ਤੁਹਾਡੇ ਨਾਲ ਰਾਬਤੇ 'ਚ ਇਸ ਵਕਤ ਪਿੱਛੇ ਮੇਰੇ ਨਾਰਵੇ ਦੇ ਬਾਦਸ਼ਾਹ ਦਾ ਮਹਿਲ ਹੈ ਜਿਹੜਾ ਤੁਸੀਂ ਦੇਖ ਰਹੇ ਹੋ। ਔਰ ਮੈਂ ਅੱਜ ਓਸਲੋ ਆਇਆ ਵੈਸੇ ਹੀ ਤੇ ਮੇਰੇ ਹੋਸਟ ਨੇ ਕਿਹਾ ਕਿ ਓਸਲੋ ਦਾ ਵਿਜ਼ਿਟ ਕਰਦੇ ਹਾਂ ਤੇ ਇਟਸ ਰੀਅਲੀ ਬਿਊਟੀਫੁਲ ਸਨੀ ਡੇ ਟੁਡੇ ਇਨ ਓਸਲੋ। ਔਰ ਡਾਊਨਟਾਊਨ ਬੜਾ ਮੈਨੂੰ ਇਹਦਾ ਓਸਲੋ ਦਾ ਪਸੰਦ ਆਇਆ। ਔਰ ਹੁਣੇ ਹੀ ਥੋੜ੍ਹੀ ਦੇਰ ਪਹਿਲਾਂ ਮੈਂ ਇੱਕ ਵੀਡੀਓ ਵੀ ਥੋੜ੍ਹਾ ਜਿਹਾ ਕਲਿੱਪ ਪਾਵਾਂਗਾ ਓਸਲੋ ਦਾ ਜਿਹੜਾ ਸਿਟੀ ਹਾਲ ਹੈ ਜਿੱਥੇ ਨੋਬੈਲ ਪੀਸ ਪ੍ਰਾਈਜ਼ ਦਿੱਤਾ ਜਾਂਦਾ ਆ ਨਾਰਵੇ 'ਚ। ਇਨਫੈਕਟ ਸਾਰੇ ਇਨਾਮ ਨਹੀਂ ਹੁੰਦੇ, ਸਿਰਫ 2-3 ਸਪੈਸ਼ਲੀ ਪੀਸ ਪ੍ਰਾਈਜ਼ ਇੱਥੋਂ ਦਾ, ਅਦਰਵਾਈਜ਼ ਸਟਾਕਹੋਮ ਤੋਂ ਸਵੀਡਨ ਤੋਂ ਨੋਬੈਲ ਦੇ ਪ੍ਰਾਈਜ਼ ਹੁੰਦੇ ਆ। ਅੱਜ ਨੈਸ਼ਨਲ ਨਿਊਜ਼ 2-3 ਵਨ ਵੈਰੀ ਡਿਸਟਰਬਿੰਗ ਤੇ ਕਿ ਬੱਚਿਆਂ ਦਾ ਜਿਹੜਾ ਜਿਨ੍ਹਾਂ ਹਸਪੀਟਲ 'ਚ ਹੋਇਆ, ਇਟਸ ਟੈਰੇਬਲ ਰੀਅਲੀ। ਔਰ ਦੇਖੋ ਯਾਰ, ਇਹ ਮੁਲਕ ਦਾ ਮੈਂ ਸੋਚਦਾ ਹਾਂ ਕੀ ਬਣੇਗਾ ਇਸ ਮੁਲਕ ਦਾ। ਹਾਂਜੀ, ਬਿਲਕੁਲ ਸਾਰਾ ਸਿਸਟਮ ਹਵਾ 'ਚ ਹੀ ਹੈ। ਮਤਲਬ ਇੱਥੇ ਤੱਕ ਸੋਚਿਆ ਜਾ ਰਿਹਾ ਕਿ ਹੋ ਸਕਦਾ ਹੈ ਕੋਈ ਬੱਚਿਆਂ ਨੂੰ ਚੋਰੀ ਕਰਨ ਦਾ, ਕਿਡਨੈਪ ਕਰਨ ਦੀ ਗਰੁੱਪ ਗਰੋ ਹੋਏ, ਜਿਹਨੇ ਉਹ ਤਾਂ ਕਰ ਲਿਆ। ਇੱਕ ਡਾਕਟਰ ਨੇ ਬੱਚਾ ਬਚਾ ਲਿਆ। ਦੂਸਰੀ ਇਹ ਹੈ ਜੀ ਕਿ ਏਅਰ ਕੰਡੀਸ਼ਨਰ ਜਿਹੜਾ ਆ ਉਹਦਾ ਕੰਪਰੈਸਰ ਫਟ ਗਿਆ ਅਤੇ ਉਹ ਔਰ ਮਾਸੂਮ ਬੱਚੇ। ਔਰ ਕਿਸ ਤਰ੍ਹਾਂ CNN ਨੇ ਅਤੇ ਨਿਊਜ਼ ਜਿਹੜਾ ਨਾਰਵੇ ਦਾ ਨੈਟਵਰਕ ਹੈ ਉਹ ਵੀ ਬੜਾ ਪ੍ਰੋਮੀਨੈਂਟਲੀ ਇਹਨੂੰ ਇਸ ਖਬਰ ਨੂੰ ਹਾਈਲਾਈਟ ਕਰ ਰਿਹਾ ਸੀ। ਇਸ ਵਕਤ ਕਿੰਨੀ ਜ਼ਿਆਦਾ ਗੰਦਗੀ 'ਚ, ਕਿੰਨੀ ਜ਼ਿਆਦਾ ਗਲਾਜ਼ਤ 'ਚ, ਕਿੰਨੇ ਜ਼ਿਆਦਾ ਟਫ ਹੋਣ 'ਚ ਪਾਕਿਸਤਾਨ ਪੈ ਗਿਆ ਹੋਇਆ। ਔਰ ਮੈਂ ਫਿਰ ਕਹਾਂਗਾ ਕਿ ਇਹਦੀ ਸਿਰਫ ਔਰ ਸਿਰਫ ਇੱਕ ਹੀ ਵਜ੍ਹਾ ਹੈ, ਆਵਾਮ। ਕਿਉਂਕਿ ਆਵਾਮ ਕੰਪਲਾਈ ਕਰਨ ਡਏ ਨੇ, ਇਸ ਗੰਦ 'ਤੇ ਸਰੈਂਡਰ ਕਰਨ ਡਏ ਨੇ। ਦੇਖੋ ਉਹ ਡਾਕਟਰ ਦਾ ਹੁਣ ਪਤਾ ਲੱਗ ਗਿਆ, ਹਰਾਮਜ਼ਾਦੀ ਦਾ, ਕੁੱਤੀ ਦਾ। ਹੁਣ ਉਹ ਮੁੰਡਿਆਂ ਨੇ ਵੀਡੀਓਜ਼, ਡਾਕਟਰ ਕਹਿਣ ਡਏ ਆ ਉਹ ਕਰਨਲ ਦੀ ਬੇਗਮ ਦਾ, ਉਹ ਮੁੰਡਿਆਂ ਨੇ ਉਹ ਵੀਡੀਓਜ਼ ਰਿਲੀਜ਼ ਕੀਤੀਆਂ ਜਨਾਬ ਸਾਹਿਬ। ਉਹ ਵਾਕਈ ਉਹ ਪੁਲਿਸ ਤੋਂ ਡੰਡੇ ਖੋ ਰਹੀ ਸੀ, ਉਹ ਬੈਰੀਕੇਡਸ ਹਟਾ ਰਹੀ ਸੀ ਬੜੀ ਐਕਟਿਵਲੀ। ਲਓ ਜੀ, ਇਹ ਕਹਿ ਰਹੇ ਸੀ ਕਿ ਗੈਰਤ ਲਈ ਉਹ ਆ ਗਿਆ ਸੀ ਵਰਦੀ ਛੱਡ ਕੇ। ਔਰ ਪਾਕਿਸਤਾਨੀ ਹਰਾਮਜ਼ਾਦੇ ਕੁੱਤੇ, ਮੈਂ ਕਹਿੰਦਾ ਆ ਕਿ ਬਲਗਮ ਸ਼ਦੀਦ ਸੂਰ ਕਿਸਮ ਦੇ ਆਦਮੀ ਜਿਹੜੇ ਉਹਨੂੰ ਸਪੋਰਟ ਕਰਨ ਨੂੰ, ਔਰ ਇੱਕ ਅੱਛੀ ਖਾਸੀ ਤਾਦਾਦ, ਮਤਲਬ ਮੇਰੇ ਖਿਆਲ ਦੇ ਮੁਤਾਬਕ 20% ਪਾਕਿਸਤਾਨੀ ਸੋਸ਼ਲ ਮੀਡੀਆ 'ਤੇ ਸਪੋਰਟ ਕਰ ਰਹੇ ਸੀ ਕਰਨਲ ਦੀ। ਇੱਥੋਂ ਤੁਸੀਂ ਅੰਦਾਜ਼ਾ ਲਾਓ ਅਸੀਂ ਕਿੰਨੀ ਵੱਡੀ ਨਹੂਸਤ ਔਰ ਟਫਨ ਦਾ ਅਸੀਂ ਸਾਰੇ ਸ਼ਿਕਾਰ ਹੈ। ਜ਼ੁਲਮ ਹੈ ਇਹ, ਬਹੁਤ ਜ਼ਿਆਦਾ ਇਹ ਜ਼ੁਲਮ ਹੋਏਗਾ। ਤੇਲ ਦਾ ਤੁਸੀਂ ਦੇਖ ਲਓ, ਕੱਲ੍ਹ ਇਹਨਾਂ ਨੇ ਫਿਰ ਪੈਟਰੋਲ ਦੀਆਂ ਕੀਮਤਾਂ ਵਧਾਈਆਂ। ਔਰ ਇਹ ਜਿਹੜਾ ਆ ਪੈਟਰੋਲ ਦੀ ਪ੍ਰਾਈਸਿਸ ਕੱਲ੍ਹ ਵਧਣ ਨਾਲ ਥੋੜ੍ਹਾ ਜਿਹਾ ਫਿਰ ਮਤਲਬ ਤੁਸੀਂ ਦੇਖੋ ਕਿ 130-40 ਰੁਪਏ ਓਰੀਜਨਲ ਪ੍ਰਾਈਸ ਹੈ ਇਹਦੀ। ਔਰ ਜਿਹਨੂੰ ਇਹ ਕਰ ਰਹੇ ਨੇ ਆਪਣਾ ਵੇਚ ਰਹੇ ਨੇ 130-50 ਤੋਂ ਜ਼ਿਆਦਾ ਟੈਕਸ, ਬਲਕਿ 200 ਹੀ ਤੁਸੀਂ ਲਾ ਲਓ, 200 ਰੁਪਇਆ ਇਹ ਟੈਕਸ ਲੈ ਰਹੇ ਨੇ ਉਹਦੇ ਉੱਤੋਂ। ਅੰਦਾਜ਼ਾ ਲਾਓ ਜੀ, 200 ਰੁਪਇਆ ਇਹ ਟੈਕਸ ਲੈ ਰਹੇ ਨੇ ਇਹਦੇ ਤੇਲ ਦੀ ਮਸਨੂਆਤ ਤੋਂ। ਔਰ ਇਹਦਾ ਮਤਲਬ ਹੈ ਕਿ ਮਤਲਬ ਔਰ ਇਰਾਨੀ ਤੇਲ ਤੇ ਇਹਨਾਂ ਨੂੰ ਹਾਰਡਲੀ 100 ਰੁਪਏ ਲੀਟਰ ਪੈਂਦਾ, 100 ਤੋਂ ਵੀ ਘੱਟਦਾ। ਸਾਰਾ ਇਹ ਮਿਲਟਰੀ ਦਾ, ਫੌਜ ਦਾ ਮਾਫੀਆ ਇਹ ਪੋਕਟ ਕਰਨ ਦੇ, ਫੌਜ ਦਾ ਮਾਫੀਆ ਸਾਰੇ ਪ੍ਰੋਫਿਟ, ਸਾਰੀਆਂ ਹਰਾਮਜ਼ਦਗੀਆਂ ਕੁੱਤਪੁਣਾ ਪ੍ਰੋਫਿਟ ਕਰ ਰਹੇ। ਅੱਛਾ, ਆਵਾਮ ਅਨਮੂਵਡ ਹੈ, ਪੁਸ਼ਟ ਹੀ ਨਹੀਂ। ਤੁਸੀਂ ਦੇਖੋ ਅੱਜ ਮੈਂ ਦੇਖ ਰਿਹਾ ਸੀ ਕਿ ਬੜਾ ਕਹਿ ਰਹੇ ਸੀ ਜੇ ਕਿ PTI ਨੇ ਹੁਣ ਸੋਚਿਆ ਆ ਕਿ ਇਸ ਤਰ੍ਹਾਂ ਗੱਲ ਨਹੀਂ ਬਣਨੀ। ਔਰ ਸਟਰੀਟ ਮੂਵਮੈਂਟ ਦਾ ਸੁਹੇਲ ਅਫਰੀਦੀ ਸਿੰਧ ਇੰਟੀਰੀਅਰ ਤੋਂ ਪਹਿਲਾਂ ਕਰੇਗਾ, ਫਿਰ ਪੰਜਾਬ ਤੋਂ ਕਰੇਗਾ। ਓਕੇ ਫਾਈਨ। ਮੈਂ ਤੁਹਾਨੂੰ ਦੱਸਾਂ ਇਹ PTI ਦੇ ਵੱਸ ਦਾ ਰੋਕ ਨਹੀਂ ਰਹਿ ਗਿਆ। ਅਗਰ PTI ਦੇ ਰੈੱਡ ਲਾਈਨ ਹੀ ਹੈ, ਇਮਰਾਨ ਹਮਾਰੀ ਰੈੱਡ ਲਾਈਨ ਹੈ, ਅਗਰ PTI ਦੇ ਰੈੱਡ ਲਾਈਨ ਹੀ ਹੈ, ਕੁਛ ਨਹੀਂ ਕਰ ਸਕੇ, ਕੁਛ ਨਹੀਂ ਕਰ ਸਕਦੇ ਔਰ ਕੁਛ ਨਹੀਂ ਕੀਤਾ, ਤੇ ਇਹਦਾ ਮਤਲਬ ਹੈ PTI ਦਾ ਸਕੋਪ, PTI ਦੇ ਬਿਲਕੁਲ ਹੀ ਮਨਸ਼ੂਰ ਤੋਂ ਬਾਹਰ ਹੈ ਇਹ ਸਿਲਸਿਲਾ। ਔਰ ਇਹ ਨਹੀਂ ਇਹ ਕਰ ਸਕਦੇ, ख़त्म। ਹੁਣ
ਪਬਲਿਕ ਰਿਐਕਸ਼ਨ ਓਵਰ ਪਬਲਿਕ ਪ੍ਰੋਬਲਮਸ, ਜਿਹੜਾ ਕਿ ਇੰਡੀਆ 'ਚ ਪਹਿਲਾਂ ਕਿਸਾਨਾਂ ਦਾ 3-4 ਸਾਲ ਪਹਿਲਾਂ ਹੋਇਆ, ਫਿਰ ਹੁਣ ਸਟੂਡੈਂਟਸ ਦਾ ਹੋਇਆ, ਬੰਗਲਾਦੇਸ਼ ਸਟੂਡੈਂਟਸ ਨੇ ਕੀਤਾ, ਸ੍ਰੀਲੰਕਾ 'ਚ ਆਵਾਮ ਨੇ ਕੀਤਾ, ਨੇਪਾਲ ਸਟੂਡੈਂਟਸ ਔਰ ਆਵਾਮ ਨੇ ਕੀਤਾ। ਪਾਕਿਸਤਾਨ 'ਚ ਇਸ ਤਰ੍ਹਾਂ ਦੀ ਚੀਜ਼ ਕਿਉਂ ਨਹੀਂ ਹੁੰਦੀ? ਬਿਲਕੁਲ ਨਹੀਂ ਹੋ ਸਕਦੀ, ਕਿਉਂਕਿ ਇਹ ਹਰਾਮਜ਼ਾਦੀ ਹੱਡ ਹਰਾਮ ਕਿਸਮ ਦੀ ਕੌਮ, ਠੀਕ ਹੈ। ਇਹ ਸਾਰੇ ਕੁੱਤੇ ਦੇ ਤੁਖਮ ਹੈ, ਇਹ ਹਲਾਲ ਦੇ ਹੈ ਹੀ ਨਹੀਂ। ਮੈਂ ਤੁਹਾਨੂੰ ਦੱਸਾਂ, ਇਹਨਾਂ 'ਚ ਬੇਹਿੱਸੀ ਹੈ, ਇਹਨਾਂ 'ਚ ਤਮਾਸ਼ਾ ਹੈ। ਤੁਸੀਂ ਸੋਸ਼ਲ ਮੀਡੀਆ 'ਤੇ ਦੇਖੋ, ਸਵਾਏ ਤਮਾਸ਼ਬੀਨੀ ਦੇ ਕੁਛ ਨਹੀਂ ਹੈ, ਸਵਾਏ ਤਮਾਸ਼ਬੀਨੀ ਦੇ ਕੁਛ ਨਹੀਂ ਹੈ। ਮੈਂ ਤੁਹਾਨੂੰ ਦੱਸਾਂ, ਸੋਸ਼ਲ ਮੀਡੀਆ, ਟਵਿੱਟਰ, ਟਿਕਟੋਕ, ਫੇਸਬੁੱਕ, ਤਮਾਸ਼ੇ ਲੱਗੇ ਨੇ, ਉੱਥੇ ਸਟੋਰੀਆਂ ਨੇ ਲੋਕਾਂ ਦੀਆਂ, ਕਹਾਣੀਆਂ, ਲਵ ਅਫੇਅਰਸ, ਚੂਤ ਚਲਾਕੀਆਂ, ਠੀਕ ਹੈ ਨਾ ਜੀ, ਔਰ ਸਸਪੈਂਸ ਕ੍ਰੀਏਟ ਕਰਕੇ ਨਿਊਜ਼, ਰੈਦਰ ਦੈਨ ਕਿ ਕੋਈ ਇਨਸਾਨੀਅਤ ਦੀ ਗੱਲ ਹੋਏ, ਕੋਈ ਮਤਲਬ ਐਡਾ ਵੱਡਾ ਮੀਡੀਅਮ ਸਾਡੇ ਕੋਲ ਹੈ। ਮੈਂ ਕੱਲ੍ਹ ਆਪਣੇ ਹੋਸਟ ਨੂੰ ਕਹਿ ਰਿਹਾ ਸੀ ਕਿ ਅਮਰੀਕਾ ਨੂੰ ਤੇ ਹੁਣ ਫਾਈਨੈਂਸ਼ੀਅਲ ਕੈਂਪੇਨ ਦੇ ਪੈਸੇ ਦਾ ਲੋਅ ਖ਼ਤਮ ਕਰ ਦੇਣਾ ਚਾਹੀਦਾ, ਕਿ ਇਹ ਕੈਂਪੇਨ 'ਤੇ ਪੈਸੇ ਫੰਡਸ ਇਕੱਠੇ ਕੋਈ ਕਰ ਹੀ ਨਹੀਂ ਸਕਦਾ, ਕਿਉਂਕਿ ਹੁਣ ਤਾਂ ਉਹ ਸੋਸ਼ਲ ਮੀਡੀਆ 'ਤੇ, ਟਵਿੱਟਰ 'ਤੇ, ਫੇਸਬੁੱਕ 'ਤੇ, ਉਹਦੇ 'ਤੇ ਆਪਣੀ ਕੈਂਪੇਨ ਰਨ ਕਰੇ। ਉਹ ਉਹਨੂੰ ਬੰਦਾ ਕਿਉਂ ਕਹੇ ਜੀ ਕਿ ਮੈਨੂੰ ਡੋਨਰਸ ਜਿਹੜੇ ਉਹਨਾਂ ਦੀ ਕੈਂਪੇਨਸ 'ਤੇ ਪੈਸਾ ਲਾਉਂਦੇ ਨੇ, ਉਹ ਫਿਰ ਲੋਬਿਸ ਉਹਨਾਂ ਦੀ ਕੈਂਪੇਨ 'ਤੇ। ਹੁਣ ਦੇਖੋ ਜੀ, ਪਤਾ ਲੱਗਾ ਕਿ 95% ਤੋਂ ਉੱਤੇ ਜਿਹੜੀ ਕਾਂਗਰਸ ਹੈ, ਹਾਊਸ ਆਫ ਰਿਪਰੈਜ਼ੈਂਟੇਟਿਵਸ ਔਰ ਸੈਨੇਟ ਹੈ, ਉਹ ਜਿਹੜਾ ਆ ਉਹ ਸਾਇਨਸ ਦਾ ਬੋਰਡ ਹੈ, ਉਹਨਾਂ ਨੇ ਉਹਨਾਂ ਦੀ ਜਨਾਬ ਕੈਂਪੇਨ 'ਤੇ ਪੈਸਾ ਲਾਇਆ ਹੋਇਆ। ਤੁਸੀਂ ਅੱਜ ਉਹ ਕਿਸ ਤਰ੍ਹਾਂ ਉਹਨਾਂ ਨੂੰ ਮਤਲਬ ਪਿੱਛੇ ਕਰ ਸਕਦੇ ਹੋ? ਉਹਨਾਂ ਨੂੰ ਘੜਿਆਲ ਚਰਚ ਦਾ ਵੱਜ ਰਿਹਾ ਹੈ ਅਤੇ 4 ਵਜੇ ਦੇ ਟਾਈਮ ਦਾ, ਉੱਥੇ ਜ਼ਰਾ ਇਸ ਲਈ ਇਹ ਘੜੀਆਂ ਅੱਗੇ ਹੋਈਆਂ ਅਤੇ ਅਦਰਵਾਈਜ਼ 3 ਵਜੇ ਦਾ ਟਾਈਮ ਹੁੰਦਾ, ਅਤੇ ਇਸ ਲਈ ਥੋੜ੍ਹੀ ਜਿਹੀ ਧੁੱਪ ਜਿੱਥੇ ਸਟ੍ਰਾਈਕ ਬਹੁਤ ਜ਼ਿਆਦਾ ਹੈ, ਜਿਸ ਵਜ੍ਹਾ ਦੇ ਨਾਲ ਮੈਂ ਥੋੜ੍ਹਾ ਜਿਹਾ ਸ਼ੇਡ ਤੋਂ ਕੀਤਾ। ਤੁਹਾਨੂੰ ਉਹ ਬਾਦਸ਼ਾਹ ਅੱਜ ਕੱਲ੍ਹ ਬਿਮਾਰ ਰਹਿੰਦਾ ਹੈ ਬੜਾ, ਕਦੀ ਹਸਪਤਾਲ ਗਿਆ ਹੁੰਦਾ। ਕਰਾਊਨ ਪ੍ਰਿੰਸ ਹੈ, ਉਹ ਆ ਜਾਏਗਾ। ਇਹ ਬਾਦਸ਼ਾਹ ਤੇ ਬਿਲਕੁਲ ਹੀ ਇਨਇਫੈਕਟਿਵ ਜਿਹਾ, ਮਤਲਬ ਜਿਹੜੇ ਰਾਇਲਸ ਇੰਗਲੈਂਡ ਦੇ ਨੇ, ਉਹ ਫਿਰ ਉਹਨਾਂ ਦੇ ਕੋਲ ਥੋੜ੍ਹੇ ਬਹੁਤ ਇਖਤਿਆਰਾਤ ਇਨ ਦੀ ਸੈਂਸ ਆਫ ਉਹਨਾਂ ਦੀ ਕੋਈ ਇੱਜ਼ਤ ਹੈ, ਸੈਰੇਮਨੀਜ਼ 'ਚ ਸ਼ਾਮਲ ਹੁੰਦੇ ਨੇ। ਔਰ ਲੇਕਿਨ ਇਹ ਬਾਦਸ਼ਾਹਤ ਵੈਸੇ ਹੀ ਖ਼ਤਮ ਹੋ ਗਈ ਹੈ, ਤੁਹਾਨੂੰ ਪਤਾ ਹੈ। ਔਰ ਲੇਕਿਨ ਇੱਕ ਨਵੀਂ ਕਿਸਮ ਦੀ ਬਾਦਸ਼ਾਹਤ ਪਾਕਿਸਤਾਨ, ਤੇ ਮੈਂ ਸਮਝਦਾ ਫੌਜ ਬਾਦਸ਼ਾਹ ਤੋਂ ਵੀ ਉੱਤੇ ਨਿਕਲ ਗਈ ਹੈ। ਜੋ ਇਹਨਾਂ ਨੇ ਗੰਦ ਕਰ ਦਿੱਤੇ ਹੈ ਮਿਲਟਰੀ ਨੇ, ਔਰ ਆਵਾਮ ਨੇ ਇਹਨਾਂ ਦੇ ਨਾਲ ਮਿਲ ਕੇ, ਆਵਾਮ ਸ਼ਾਮਲ ਹੈ। ਅੱਜ ਵੀ ਆਵਾਮ ਨੂੰ ਬਾਏ ਆਊਟ ਕਰਨਾ ਬੜਾ ਈਜ਼ੀ ਹੈ। ਮੇ ਇਟ ਬੀ ਸਿਵਲ ਬਿਊਰੋਕਰੇਸੀ, ਮੇ ਇਟ ਬੀ ਪੋਲੀਟੀਸ਼ੀਅਨਸ, ਮੇ ਇਟ ਬੀ ਲਾਇਰਸ, ਮੇ ਇਟ ਬੀ ਜਰਨਲਿਸਟ, ਮੇ ਇਟ ਬੀ ਜੱਜਸ। ਬਾਏ ਆਊਟ ਕਰਨਾ ਬਹੁਤ, ਸਾਡੇ ਵਰਗੇ ਬੰਦੇ ਬਾਏ ਆਊਟ ਨਹੀਂ ਹੁੰਦੇ ਸੀ, ਅਸੀਂ ਅਸਤੀਫੇ ਦੇ ਦਿੱਤੇ, ਔਰ ਹੁਣ ਵੀ ਰਿਐਕਟ ਕਰ ਰਹੇ ਹਾਂ। ਤੁਸੀਂ ਦੇਖ ਲਓ, ਇਹ ਲੋਕ ਨਹੀਂ ਬਿਲਕੁਲ ਵੀ ਰਿਐਕਟ ਕਰ ਰਹੇ। ਅੱਜ ਹੁਣ PTI ਬਹੁਤ ਠੰਡੀ ਪੈ ਗਈ। ਅੱਜ ਜਦੋਂ ਉਹਨਾਂ ਨੇ ਤਾਰੀਖ 16 ਸਤੰਬਰ 'ਤੇ ਲਾਤੀ ਉਹਦੀ ਕੰਟੈਂਪਟ ਦੀ, ਹੁਸ਼ ਪਹਿਲਾਂ ਮੋਹਸਿਨ ਨਕਵੀ ਨੇ ਕੀਤਾ, ਅਸੀਂ ਜੀ ਸ਼ੋਬਾਜ਼ ਨੂੰ ਕਢਵਾ ਦਿਆਂਗੇ ਇਹਦੇ ਤੋਂ, ਆਪਣਾ ਇਸ ਮੂਵ ਤੋਂ ਸ਼ੋਬਾਜ਼ ਬਸ ਜੀ ਛੁੱਟੀ ਹੋ ਜਾਏਗੀ, ਠੀਕ ਹੈ। ਔਰ ਬਾਅਦ ਤੋਂ ਫਿਰ ਜਨਾਬ ਸਾਹਿਬ ਆਪਣਾ ਇੱਕਦਮ ਮਤਲਬ ਉਹ ਫਿਰ ਜੱਜਾਂ 'ਤੇ ਕੰਟਰੋਲ, ਇਹ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਖਬਰ ਇੱਕ ਹੈ, ਮੁਰਦੇ ਤੋਂ ਹੈ, ਠੀਕ ਹੈ ਜੀ। ਇਹ ਜਾਂ ਇਮਰਾਨ ਖਾਨ ਹੈ ਜਾਂ ਮਨੀਰਾ ਮਿਸਤਰੀ ਸੂਅਰ ਹੈ, ਔਰ ਇਹ ਫੈਸਲਾ ਤੁਹਾਡੇ ਹੱਥ 'ਚ ਹੈ। ਔਰ ਮੈਂ ਸਮਝਦਾ ਕਿ ਅਗਰ ਆਵਾਮ ਖੜੇ ਹੁੰਦੇ ਆ, ਅਤੇ ਮਨੀਰਾ ਮਿਸਤਰੀ ਸੂਅਰ ਜਿਹੜਾ ਆ ਉਹ ਇੱਕ ਦਿਨ ਕੀ ਚੰਦ ਘੰਟੇ 'ਚ ਉਤਰ ਸਕਦਾ। ਇਹਨਾਂ ਦੇ ਫੌਜੀ ਉਸ ਦਿਨ ਨਹੀਂ ਬੜਾ ਇਹਨਾਂ ਨੇ ਮਿਸ ਕੀਤਾ ਬੱਚਿਆਂ ਨੇ। ਅਗਰ ਉਹ ਕਰਨਲ ਨੂੰ ਕਤਲ ਕਰ ਦਿੱਤਾ ਹੁੰਦਾ, ਫੈਂਟਾ ਲਾਇਆ ਹੁੰਦਾ ਢਿੱਡ 'ਤੇ ਚੜ੍ਹ ਕੇ, ਉਹਦੇ ਨਸਾਂ ਪਾਲੀਆਂ ਹੁੰਦੀਆਂ, ਮੈਂ ਕਹਿੰਦਾ ਅੱਜ ਸਿੱਧੇ ਹੋ ਜਾਂਦੇ। ਫੌਜ ਦੇ ਖਿਲਾਫ ਨਫ਼ਰਤ ਮੈਂ ਕਹਿੰਦਾ ਆ ਉਸ ਲੈਵਲ 'ਤੇ ਨਹੀਂ ਅਜੇ ਤੱਕ ਪਹੁੰਚੀ। ਮੈਂ ਤਾਂ ਹੈਰਾਨ ਹੋਇਆ ਕਿ ਕਰਨਲ ਦੀ ਅਜੇ ਵੀ ਤਾਰੀਫ ਕਰਨ ਲੋਕ ਸੋਸ਼ਲ ਮੀਡੀਆ 'ਚ, ਤੇ ਹਰਾਮਜ਼ਾਦੇ ਪਹੁੰਚ ਗਏ। ਕਮਾਲ ਹੈ ਜੀ। ਆਵਾਮ ਦਾ ਬਹੁਤ ਜ਼ਿਆਦਾ ਕਸੂਰ ਹੈ, ਔਰ ਆਵਾਮ ਦਾ ਕਸੂਰ ਮਾਦੀਅਤ ਦੀ ਵਜ੍ਹਾ ਦੇ ਨਾਲ ਹੈ, ਮਜ਼ਹਬ ਤੋਂ, ਇਖਲਾਕੀਆਤ ਤੋਂ ਦੂਰ ਹੋਣ ਦੀ ਵਜ੍ਹਾ ਦੇ ਨਾਲ ਹੈ, ਨਫਸੀ ਦਾ। ਤੁਸੀਂ ਅੱਜ ਮੈਂ ਤੁਹਾਨੂੰ 2 ਮਿਸਾਲਾਂ ਦਿੱਤੀਆਂ। ਇੱਕ ਉਹ ਜਿਹੜਾ
कंप्रेसर फटिया और 14 बच्चे नन्हे मुन्ने हैं छोटे मर गए। और कित्थे दूसरा मैं तुहानूं इंसीडेंट जिहड़ा दस्सिया कि तेल दी कीमतां ते किस तरह 200-300 रुपया ये हड़प करन डे ने पर लीटर दा। कोई इन्हां नूं पुच्छण वाला नहीं। इन्हां दे तायुश, इन्हां दे 12-12 अरब दे जहाज़, इन्हां दियां गुंडागर्दियां, इन्हां दियां बदमाशियां, कमाल है जी। मतलब ਇਹਦੇ 'ਚ और मैं जिंदा तुहानूं दस्सिया जनरल पब्लिक भी जित्थे फ्रॉड हो सकता है, जित्थे उन्हां दा दा लग सकता है, ਉਹ 1 ਮਿੰਟ ਜਾਂ 1 ਸੈਕਿੰਡ ਨਹੀਂ ਲਾਉਂਦੇ ਫਰਾਡ ਨੂੰ ਦਾ। ਉਸ ਚੀਜ਼ ਨੂੰ ਐਕਸਪਲੋਇਟ ਕਰ ਰਹੇ ਨੇ, ਉਸ ਚੀਜ਼ ਨੂੰ ਕੈਪੀਟਲਾਈਜ਼ ਕਰ ਰਹੀ ਹੈ ਫੌਜ ਉਸ ਬੁਨਿਆਦ 'ਤੇ ਬਦਮਾਸ਼ੀ ਕਰ ਰਹੀ ਹੈ। ਸਾਡੇ ਵਰਗੇ ਓਨੈਸਟ ਸੁਥਰੇ ਪੱਕੇ ਬੰਦੇ ਲਾ ਦੇਣ ਮੌਤ, ਫਾਂਸੀ ਚੜਾ ਦੇਣ, ਜੋ ਮਰਜ਼ੀ ਕਰ ਦੇਣ, ਹੱਕ ਬੋਲਾਂਗੇ, ਸੱਚ ਬੋਲਾਂਗੇ ਔਰ ਤੁਹਾਡੀ ਐਸੀ ਤੈਸੀ ਕਰ ਦਿਆਂਗੇ। ਕਿੰਨੇ ਬੰਦੇ ਨੇ? ਕੋਈ ਵੀ ਨਹੀਂ ਜੀ। ਹਰ ਕੋਈ ਬਸ ਰੋਟੀ ਟੁਕੜੇ ਉਹਦੇ 'ਚ। ਜਾਂ ਹੁਣ ਤੁਸੀਂ ਇਹ ਵੀਲੋਗਰ ਹੀ ਦੇਖ ਲਓ ਜੀ, ਮਤਲਬ ਮੋਨੀਟਾਈਜ਼ ਨੇ ਚੈਨਲ, 4 ਪੈਸੇ ਇਹਨਾਂ ਨੂੰ ਮਿਲ ਜਾਂਦੇ ਨੇ। ਉਹ ਜਿਹੜੇ ਓਵਰਸੀਜ਼ ਖਸੂਸੀ ਉਹਨਾਂ ਨੂੰ ਚਲੋ ਲੋਕਲ ਤੇ ਸਦੀਕ ਲੁਲੀ ਸ਼ੁਲੀ ਕਹਿੰਦੇ ਆ ਸਾਡੇ ਬੈਂਕ ਅਕਾਊਂਟ ਬੰਦ ਕਰ ਦਿੱਤੇ ਜੀ, ਹੁਣ ਸਾਡੇ ਲਈ ਬੜੀ ਮੁਸ਼ਕਿਲ ਹੋ ਗਈ ਹੈ। ਮੈਂ ਤਾਂ ਦੇਖੋ ਜੀ ਬਿਲਕੁਲ ਇਹ ਵੀ ਸਿਰਫ ਐਜ਼ ਅ ਪਬਲਿਕ ਸਰਵਿਸ। ਔਰ ਮੈਂ ਨੋਟ ਕੀਤਾ ਜਿਹਦੀ ਵਜ੍ਹਾ ਦੇ ਨਾਲ ਮੈਂ ਇਹ ਕੱਲ੍ਹ ਯੂਰਪੀਅਨ ਟੂਰ ਮੇਰਾ ख़त्म ਹੋ ਰਿਹਾ। ਮੈਂ ਕੱਲ੍ਹ ਟਰੈਵਲ ਕਰਾਂਗਾ ਵਾਪਸ ਇੱਥੋਂ ਓਸਲੋ ਤੋਂ ਇਨਸ਼ਾਅੱਲਾ ਸੁਬਾਹ ਨੂੰ ਵਾਇਆ ਆਈਸਲੈਂਡ ਥੋੜ੍ਹੇ ਘੰਟੇ ਮੈਨੂੰ ਮਿਲਣਗੇ ਆਈਸਲੈਂਡ ਦੇਖਣ ਦੇ। ਔਰ ਰਾਤ ਨੂੰ ਆਈ ਵਿਲ ਬੀ ਲੈਂਡਿੰਗ ਬੈਕ ਇਨ ਯੂਨਾਈਟਡ ਸਟੇਟਸ ਆਫ ਅਮਰੀਕਾ। 10 ਸਾਲ ਬਾਅਦ ਮੈਂ ਨਿਕਲਿਆ ਸੀ ਔਰ ਅਮਰੀਕਨ ਕੰਟੀਨੈਂਟ ਤੋਂ ਬਾਹਰ। ਔਰ ਇਹ ਬੜੇ ਡਰਾਉਂਦੇ ਸੀ, ਬੜੇ ਸੋਚਦੇ ਸੀ ਲੋਕਾਂ ਨੇ ਬੜਾ। ਮੈਨੂੰ ਇਹ ਆਦਤ ਹੈ ਉਹ ਜੀ ਆਪਣਾ ਨਾਂ ਦੱਸਣਾ ਕਿੱਥੇ ਹੈ। ਮੈਂ ਖੋਲ੍ਹ ਖਲਾ ਕੇ ਦੱਸਿਆ ਇਸ ਫਲਾਈਟ 'ਤੇ ਜਾ ਰਹੀ ਹਾਂ, ਇੱਥੇ ਪਹੁੰਚ ਰਿਹਾ। ਔਰ ਇਹ ਵੀ ਮੁਲਾਕਾਤ ਇੱਕ ਚੰਦ ਖਾਸ ਲੋਕਾਂ ਨੂੰ ਔਰ ਉਹ ਧਰਤੀ ਦੇਖਣ ਦਾ, ਉੱਥੇ ਜਾਣ ਦਾ, ਬਸ ਇਸ ਤਰ੍ਹਾਂ ਦਾ ਸ਼ੌਕ ਸੀ। ਇਹਦੇ ਇਲਾਵਾ ਬਿਲਕੁਲ ਕੋਈ ਮਜਮੇ ਜਲੂਸ, ਪਾਕਿਸਤਾਨੀ ਕਮਿਊਨਿਟੀ ਨੂੰ ਇਕੱਠਾ ਕਰਨਾ। ਪਾਕਿਸਤਾਨੀ ਕਮਿਊਨਿਟੀ ਮਾਸ਼ਾਅੱਲਾ ਓਵਰਸੀਜ਼ ਹਰ ਮੁਲਕ ਇੰਨੀ ਹੀ ਗਲੀਜ਼, ਬੇਹੂਦਾ, ਗੰਦੀ, ਬੇਸ਼ਰਮ, ਫਰਾਡ, ਕੰਜਰ ਬੁਨੇ 'ਚ ਮੁਲਵਸ ਹੈ ਜਿੰਨੀ ਕਿ ਪਾਕਿਸਤਾਨ ਦੇ ਅੰਦਰ। ਇਹ ਗੰਦ ਇਟਸ ਐਨ ਐਕਸਟੈਂਸ਼ਨ। ਇੱਥੇ ਉਹ ਕਹਿ ਰਹੇ ਸੀ ਮੈਨੂੰ ਹੁਣੇ ਹੀ ਮੇਰੇ ਹੋਸਟ ਡਾਊਨਟਾਊਨ ਦਿਖਾ ਰਹੇ ਸੀ ਪ੍ਰੈਜ਼ੀਡੈਂਸ਼ੀਅਲ ਪਲੇਸ ਦੇ ਸਾਹਮਣੇ ਕਿ ਇੱਥੇ ਹਰਾਮਜ਼ਾਦੇ ਆ ਕੇ ਨਾ ਪ੍ਰੋਟੈਸਟ PTI ਵਾਲੇ ਕਰਦੇ ਐम्बेसी ਦੇ ਸਾਹਮਣੇ ਨਹੀਂ ਮਰਨਗੇ। ਉਹੀ ਟਾਈਮ ਸਕੇਅਰ ਤੇ ਸ਼ਬਾਜ਼ ਗਿੱਲ ਬਰਗਰ ਤੇ ਬੀਅਰ ਪਾਰਟੀਆਂ ਔਰ PTI ਦਾ ਇੱਕ ਬੰਦਾ ਕਦੀ ਕੌਂਸਲ ਜਨਰਲ ਦੇ ਸਾਹਮਣੇ। ਹਾਂ ਇੱਕ ਸਿਰਫ PTI ਨੇ ਬਰਕੀ ਨੇ ਕੀਤਾ ਸੀ ਸਾਡੇ ਨਾਲ ਐम्बेसी ਵਾਸ਼ਿੰਗਟਨ, ਬਸ ਉਹ ਤੋਂ ਬਾਅਦ ਤਾਂ ਨਹੀਂ। ਔਰ ਉਹਦੀ ਵੀ ਬਰਕੀ ਨੇ ਚੰਗੀ ਭਲੀ ਕੀਮਤ ਲੈ ਲਈ, ਮਿਲੀਅਨਸ ਆਫ ਡਾਲਰ। ਬਰਕੀ ਦੇ ਘਰ ਤੁਸੀਂ ਦੇਖੋ ਸਜਾਦ ਬਰਕੀ ਦੇ ਹਰਾਮਜ਼ਾਦੇ ਇਕੱਠੇ ਹੋਏ ਸਾਰੇ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿਸ ਤਰ੍ਹਾਂ ਇਹ ਪੈਸੇ ਦੇ ਜੇ। ਔਰ ਦੇਖੋ ਸਾਡੇ ਕੋਲ ਪੈਸੇ, ਮੈਂ ਕਹਿੰਦਾ ਟਿਕਟ ਦੇ ਮੁਸ਼ਕਲ ਹੋ ਜਾਂਦੇ ਆ। ਹੋਸਟ ਵਿਚਾਰਾ ਦਿੰਦਾ ਆ ਕਿ ਨਹੀਂ ਨਜ਼ਰ ਸਾਹਿਬ ਮੈਂ ਕਰ ਦਿੰਦਾ ਆ, ਤੁਸੀਂ ਉੱਥੇ ਜਾਓ ਇੱਥੇ ਆਓ, ਠੀਕ ਹੈ ਨਾ ਜੀ। ਔਰ ਸਾਨੂੰ ਆਪਣੇ ਆਪ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋ ਜਾਂਦਾ। ਬੇਸਿਕ ਨੀਡ ਸਾਡੀਆਂ ਪੂਰੀਆਂ ਹੋਣੀਆਂ ਮੁਸ਼ਕਲ ਹੋ ਜਾਂਦੀਆਂ। ਔਰ ਇਹ ਬੇਸ਼ਰਮ ਆ। ਔਰ ਉਹਦੇ ਬਾਵਜੂਦ ਅਸੀਂ ਇਹ ਤਹਿਰੀਕ ਲਈ ਕਿੰਨਾ। ਔਰ ਮੈਂ ਤਾਂ ਜਿਸ ਤਰ੍ਹਾਂ ਕਹਿੰਦਾ ਹੁੰਦਾ ਕਿ ਮੈਨੂੰ ਤਾਂ ਇੰਨਾ ਇਮਰਾਨ ਖਾਨ ਦਾ ਜਾਂ PTI ਦਾ ਨਹੀਂ, ਮੈਨੂੰ ਤਾਂ ਇਹ ਹੈ ਕਿ ਮਿਲਟਰੀ ਤੋਂ ਆਜ਼ਾਦੀ ਲੈਣ ਦਾ ਕੋਈ ਤੁਸੀਂ ਤਰੀਕਾ ਕੱਢੋ। ਤੁਹਾਨੂੰ ਆਉਣ ਵਾਲੀਆਂ ਨਸਲਾਂ ਦੀ ਕਸਮ, ਤੁਸੀਂ ਆਉਣ ਵਾਲੀਆਂ ਨਸਲਾਂ ਲਈ ਕੀ ਦੇ ਕੇ ਜਾ ਰਹੇ ਹੋ? ਇਹ ਪਰੇਸ਼ਾਨੀ, ਗਮ, ਫਰਾਡ, ਗੰਦ ਇਹ ਦੇ ਕੇ ਜਾ ਰਹੇ ਹੋ। ਨੰਨੇ ਮੁੰਨੇ ਬੱਚੇ, ਪੋਸਟੈਰਿਟੀ ਕਿਸ ਤਰ੍ਹਾਂ ਤੁਸੀਂ ਮਾਰ ਦਿੱਤੇ ਹੈ ਜੀ ਕੰਪਰੈਸਰ। ਔਰ ਕਿੱਥੇ ਤੁਸੀਂ ਕਹਿ ਰਹੇ ਹੋ ਕਿ ਸ਼ਾਇਦ ਕੋਈ ਕਹਿ ਰਿਹਾ ਕਿ ਬੰਦੇ ਚੁੱਕ ਕੇ ਲੈ ਗਏ ਹੋਣ, ਹੈ ਜੀ। ਇਹ ਵੀ ਨਹੀਂ ਹੈ ਜੀ ਪਤਾ ਆ, ਇਨਕੁਆਇਰੀ ਹੋਏਗੀ ਜੀ। ਉਹ ਸ਼ੋਬਾਜ਼ ਨੇ ਹਰਾਮਜ਼ਾਦੇ ਨੇ ਕਿਹਾ ਜੀ ਕਿ 24 ਘੰਟੇ ਦੇ ਅੰਦਰ ਫੈਸਲਾ। ਉਹ ਕਮੇਟੀ ਰਿਪੋਰਟ ਆਪਣੀ ਮੈਨੂੰ ਯਾਦ ਹੈ, ਸਾਡਾ ਡਾਕਟਰ ਹਸਪੀਟਲ ਦਾ ਇਨਸੀਡੈਂਟ ਹੋਇਆ ਸੀ, 24 ਘੰਟੇ 'ਚ ਅਸੀਂ ਰਿਪੋਰਟ ਦੇ ਦਿੱਤੀ। ਮੈਂ ਕਹਿੰਦਾ ਬੰਦ ਕਰੋ ਹਸਪਤਾਲ ਨੂੰ, ਭੈਣ ਚੋ ਡਾਕਟਰ ਫਾਇਜ਼ਾ ਨੂੰ ਅੰਦਰ ਕਰੋ, ਕਤਲ ਦਾ ਇਹਦੇ 'ਤੇ ਮੁਕੱਦਮਾ ਕੱਟੋ ਠੁੱਸ ਨਾਲ ਹੀ, ਠੀਕ ਹੈ ਜੀ। ਜਾਂ ਇਹ ਰਿਪੋਰਟਾਂ ਜਿਹੜੀਆਂ ਇਹ ਹਮੂਦ ਰਹਿਮਾਨ ਕਮਿਸ਼ਨ ਦੀ ਜਿੰਦਾ ਰਿਪੋਰਟ, ਇਹ ਉਹਨੇ ਇਮਰਾਨ ਖਾਨ ਨੂੰ ਜੇਲ੍ਹ 'ਚ ਯਾਦ ਆ ਰਿਹਾ
ਕਿ ਮੁਹੰਮਦ ਰਹਿਮਾਨ ਕਮਿਸ਼ਨ ਦੀ ਰਿਪੋਰਟ ਹੋਣੀ ਚਾਹੀਦੀ ਸੀ ਕਿ ਤੇਰੇ ਕੋਲ ਤਾਂ 3.5 ਸਾਲ ਹਕੂਮਤ ਰਹੀ ਸੀ, ਕਿਉਂ ਨਹੀਂ ਉੱਥੋਂ ਤੋਂ ਸਫਾਈ ਸੁਥਰਾਈ ਇਹਤਸਾਬ ਸ਼ੁਰੂ? ਕੋਈ ਕਿਸੇ ਕਿਸਮ ਦਾ ਇਹਤਸਾਬ ਨਹੀਂ, ਕਿਸੇ ਕਿਸਮ ਦਾ, ਨਾ ਫੌਜ ਦਾ, ਨਾ ਸਿਵਲ ਬਿਊਰੋਕਰੇਸੀ ਦਾ, ਨਾ ਜੱਜਾਂ ਦਾ। ਅੱਜ ਦੇ ਤਾਂ ਨਾ ਜੱਜਾਂ ਨੇ ਆਰਾਮ ਦੇ ਨਾਲ ਉਹਨਾਂ ਦੀ ਕੰਨ ਪੱਟੀ 'ਤੇ ਮਨੀਰੇ ਮਿਸਤਰੀ ਸੂਰਜ ਨੇ ਪਿਸਤੌਲ ਰੱਖਿਆ। ਅੱਜ ਉਹਨਾਂ ਨੇ ਆਰਾਮ ਨਾਲ ਫੈਸਲਾ ਦੇ ਦਿੱਤਾ ਕਿ ਚਰਮ ਮਰਜ਼ 16 ਸਤੰਬਰ ਨੂੰ, ਹਾਲਾਂਕਿ ਉਹਦੇ 'ਤੇ ਲਿਖਿਆ ਹੋਇਆ ਸੀ ਕਿ ਅਗਰ ਪਾਰਟੀਜ਼ ਨੂੰ ਕੋਈ ਮੁਸ਼ਕਲ ਹੋਵੇ ਤਾਂ ਉਹ ਤੋਂ ਪਹਿਲਾਂ ਸਾਡੇ ਨਾਲ ਰਾਬਤਾ ਕਰ ਸਕਦੀ ਹੈ। ਕੱਲ੍ਹ ਸ਼ਾਇਦ ਮੈਂ ਦੇਖਾਂਗਾ ਆਈਸਲੈਂਡ ਤੋਂ ਅਗਰ ਮੈਂ ਵੀਲੋਗ ਕਰ ਸਕਾਂ, ਨਹੀਂ ਤਾਂ ਮੈਂ ਪਰਸੋਂ ਤੋਂ ਬਾਕਾਇਦਗੀ ਦੇ ਨਾਲ ਇਨਸ਼ਾਅੱਲਾ ਅਮਰੀਕਾ ਤੋਂ ਤੁਹਾਡੇ ਨਾਲ ਰਾਬਤੇ 'ਚ ਆਇਆ ਕਰਾਂਗਾ। ਆਪਣਾ ਖਿਆਲ ਰੱਖੋ।